एक होंदी है संगत, एक होंदी है कुसंगत। कुसंगत है भैड़ी संगत, उलझी संगत। तो जिहड़ी श्रेष्ठ संगत है वो गुरु का दरबार है। मेरी बेनती है जिथे गुरु ना हो वो खाली इकट्ठ ही होता है, उन्होंने संगत नहीं कहा जाता। एक वचन है गुरु ग्रंथ साहब विच, सतगुर बाझो संगत ना होई। सतगुर बाझो संगत ना होई। जिथे गुरु साहब भी नहीं है वो संगत नहीं है, खाली केवल इकट्ठ है। जिथे गुरु साहब हाजिर ने, जिहड़े सत्संगी बैठते हैं, जिथे प्रभु सिमरन की विचार होंदी है, वाहिगुरु का जस होंदा है, वो श्रेष्ठ संगत है। सत्संगत कैसी जानिए जिथे एको नाम बखाने, जिथे परमेश्वर के नाम की चर्चा हो, जिथे कोई जीवन का चज सिखाया जाए। जीवन का चज सीखना है, प्रभु दियां सिफतां करनियां ने, ये श्रेष्ठ संगत है। हजूम में खुश्क बहरे बंदगी अष्ट, इकट्ठ चंगा है जिथे बैठ के कोई परमेश्वर की बंदगी करता है। हजूम में खुश्क बहरे जिंदगी अष्ट, इकट्ठ चंगा है जिथे बैठ के कोई जीवन का चज सीख, मिठा बोलना सीख लिया, निम्रता आ गई है, दया वाला सुभाव बन गया। जे दया वाला सुभाव नहीं बनया, मन में निम्रता नहीं आई, मिठा बोलना नहीं सीखा, तो फिर कल्याण नहीं होएगी, सुख नहीं मिलेगा। वो संगत चंगी नहीं है जिथों कुछ पा नहीं सकते। गुर मिल चज अचार सिख, तुद कदे न लगे दुख। संतां की हो दासरी, ए अचारा सिखरी। सगल गुणा गुण उत्तम, भरता दूर न भिखरी। ए मन सुंदर अपना, हर नाम मजीठे रंग। परमेश्वर के नाम की विचार कर, जीवन का चज सिख। जिहड़ी महापुरखों की संगत है, सत्संग है, वो श्रेष्ठ है। जे इत्थे आके कोई चोर भी बह जाए, ठग भी बह जाए, तो उनका असर नहीं पैंदा। चोर ते ठग का जीवन भी सुधर जाता है। कबीर धरती साध की, ये जी सत्संग की जगह है, जिथे गुरु साहब के अंमृत बचन गाए जाते हैं, पढ़े जाते हैं, विचारे जाते हैं। गुरु दरबार में आने पाठ हो रहा होंदा, शब्द गाया जा रहा है, शब्द की विचार हो रही है। काहदी नहीं है कि साडा जीवन चंगा बन जाए। मकसद नहीं है कि जीवन चंगा बन जाए। जे सत्संग में आके चोर भी बह जान, उनका भी जीवन पवित्र हो जाता है। कबीर धरती साध की, तस्कर वैसे काज। तस्कर नाम चोर का, जे इत्थे चोर भी आके बह गया
ਤਾਂ ਉਹਦਾ ਜੀਵਨ ਵੀ ਪਵਿੱਤਰ ਹੋ ਜਾਂਦਾ। ਧਰਤੀ ਭਾਰ ਨ ਵਿਆਪਾਈ ਉਨ ਕੋ ਲਾਹੂ ਲਾਹੀ। ਧਰਤੀ ਨੂੰ ਭਾਰ ਵਿਆਪਕ ਨਹੀਂ ਹੁੰਦਾ। ਚੋਰ ਚੋਰੀ ਕਰਦਾ ਹੈ, ਠੱਗ ਠੱਗੀਆਂ ਮਾਰਦਾ ਹੈ, ਪਰ ਸਤ ਸੰਗ ਦਾ ਉਹ ਕੁਝ ਵਿਗਾੜਦਾ ਨਹੀਂ, ਉੱਥੋਂ ਚੰਗਾ ਬਣ ਜਾਂਦਾ। ਬਿਧੀ ਚੰਦ ਜਦੋਂ ਸਤ ਸੰਗ ਵਿੱਚ ਆ ਕੇ ਬੈਠਾ, ਉਹਨੇ ਅਰਦਾਸ ਕੀਤੀ, ਮਹਾਰਾਜ ਅੱਜ ਮੇਰੀ ਪੱਤ ਰੱਖ ਲਓ, ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਾਂਗਾ। ਇੱਕ ਪਿੰਡ ਵਿੱਚੋਂ ਮੱਝਾਂ ਕੱਢੀਆਂ, ਦੂਜੇ 'ਚ ਵੇਚਤੀਆਂ। ਉਹਦਾ ਕੰਮ ਇੰਨਾ ਹੀ ਸੀ ਬਿਧੀ ਚੰਦ ਦਾ। ਇੱਕ ਵਾਰੀ ਡੰਗਰ ਕਿਸੇ ਦੇ ਕੱਢੇ, ਪਿੱਛੇ ਲੱਗੀ ਜਿਹੜੀ ਪਿੰਡਾਂ ਦੀ ਬਰਸੋਂ ਸੀ, ਤੇ ਉਹਨੇ ਲਿਆ ਕੇ ਇੱਕ ਛੱਪੜ ਵਿੱਚ ਉਹ ਸਾਰੀਆਂ ਮੱਝਾਂ ਵਾੜ ਦਿੱਤੀਆਂ ਤੇ ਜਾ ਕੇ ਆਪ ਸਤ ਸੰਗ ਵਿੱਚ ਬਹਿ ਗਏ। ਅਰਦਾਸ ਕੀਤੀ, ਗੁਰੂ ਮਹਾਰਾਜ ਨੇ ਉਹਦੀ ਪੱਤ ਰੱਖੀ। ਜਦੋਂ ਡੰਗਰਾਂ ਪਹਿਚਾਨਣ ਵਾਲਿਆਂ ਨੇ ਡੰਗਰ ਪਹਿਚਾਨਣੇ ਚਾਹੇ, ਉਹਨਾਂ ਦੇ ਰੰਗ ਹੀ ਤਬਦੀਲ ਕਰ ਦਿੱਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਮਿਹਰ ਹੋਈ, ਭਾਈ ਬਿਧੀ ਚੰਦ ਗੁਰੂ ਘਰ ਦਾ ਸਿੱਖ ਬਣ ਗਿਆ। ਔਰ ਕਿੰਨਾ ਪਿਆਰ ਮਿਲਿਆ ਉਹਨੂੰ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਿਧੀ ਚੰਦ ਛੀਨਾ, ਛੀਨਾ ਗੋਤ ਹੈ, ਤੇ ਗੁਰੂ ਕਾ ਸੀਨਾ ਉਹ ਗੁਰੂ ਦਾ ਦਿਲ ਹੈ। ਗੁਰੂ ਦਾ ਦਿਲ ਹੈ, ਜਾਨ ਹੈ ਗੁਰੂ ਦੀ। ਹੈ ਤੇ ਪਹਿਲਾਂ ਚੋਰ ਹੀ ਸੀ, ਲੋਕਾਂ ਦੇ ਡੰਗਰ ਬਾਹਰ ਕੱਢਦਾ ਸੀ, ਔਰ ਦੂਜੇ ਪਿੰਡਾਂ ਵਿੱਚ ਜਾ ਕੇ ਵੇਚ ਆਉਂਦਾ ਸੀ। ਤਬਦੀਲੀ ਆ। ਜੇ ਸਤ ਸੰਗ ਵਿੱਚ ਆ ਕੇ ਚੋਰ ਵੀ ਬਹਿ ਜਾਏ ਨਾ, ਠੱਗ ਵੀ ਬਹਿ ਜਾਏ, ਉਹਦਾ ਵੀ ਜੀਵਨ ਬਦਲ ਜਾਂਦਾ। ਤੇ ਗੁਰਬਾਣੀ ਇੰਨੀ ਉਹਨੂੰ ਸ੍ਰੇਸ਼ਟ ਮੱਤ ਬਖਸ਼ ਦਿੰਦੀ ਆ ਕਿ ਉਹਨੂੰ ਪਾਪ ਕਰਮਾਂ ਤੋਂ ਫਿਰ ਨਫ਼ਰਤ ਹੋ ਜਾਂਦੀ। ਧਰਤੀ ਭਾਰ ਨ ਵਿਆਪਾਈ ਉਨ ਕੋ ਲਾਹੂ ਲਾਹੀ। ਸਤ ਸੰਗ ਵਿੱਚ ਬੈਠਣ ਵਾਲਾ ਠੱਗ ਜਾਂ ਚੋਰ ਆਪਣੇ ਪਾਪ ਕਰਮਾਂ ਦਾ ਭਾਰ ਨਹੀਂ ਪਾ ਸਕਦਾ। ਧਰਤੀ ਭਾਰ ਨਾ ਵਿਆਪਾਈ। ਸਤ ਸੰਗ ਤੋਂ ਕੁਝ ਨਹੀਂ ਵਿਗੜਦਾ। ਉਹਦੇ ਆਪਣੇ ਕੀਤੇ ਪਾਪ ਕਰਮ ਖਤਮ ਹੋ ਜਾਂਦੇ ਨੇ, ਉਹਨੂੰ ਲਾਭ ਹੀ ਲਾਭ ਹੈ। ਜੇ ਕੋਈ ਚੋਰ ਵੀ ਆ ਕੇ ਸਤਸੰਗ ਵਿੱਚ ਬੈਠੇਗਾ, ਉਹ ਵੀ ਲਾਹਾ ਕੱਟ ਲਏਗਾ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣ ਤੁਖ ਕੋ ਮੋਹਲੀ ਲਾਈ। ਕਬੀਰ ਚਾਵਲ ਕਾਰਨ ਹੈ। ਚਾਵਲ ਜਦੋਂ ਕੱਢੇ ਜਾਂਦੇ ਨੇ ਨਾ, ਉਹਨਾਂ ਦੇ ਉੱਤੇ ਜਿਹੜਾ ਛਿੱਲੜ ਹੁੰਦਾ, ਉਹਨੂੰ ਧੁੱਪ ਕਹਿੰਦੇ ਨੇ, ਤੇ ਉਹਨੂੰ ਲਾਉਣ ਲਈ ਮੋਹਲੀ ਨਾਲ ਕੁੱਟਿਆ ਜਾਂਦਾ ਹੈ। ਲੱਕੜ ਦੀ ਹਥੌੜੀ ਨਾਲ ਉਹਨਾਂ ਨੂੰ ਕੁੱਟਦੇ ਨੇ ਤੇ ਫਿਰ ਚਾਵਲ ਨਿਕਲਦੇ ਨੇ। ਪੁਰਾਣਾ ਢੰਗ ਹੈ। ਅੱਜ ਸਾਇੰਸ ਦੇ ਯੁੱਗ ਵਿੱਚ ਤਾਂ ਐਸਾ ਨਹੀਂ ਹੈ। ਬੀਤੇ ਸਮੇਂ ਨਾਲ ਸੰਬੰਧਿਤ ਕਰ। ਕਬੀਰ ਚਾਵਲ ਕਾਰਨ, ਚਾਵਲਾਂ ਦੀ ਪ੍ਰਾਪਤੀ ਲਈ ਤੁਕ ਕੋ ਮੋਹਲੀ ਲਾਏ। ਮੋਹਲੀ ਹਥੌੜੀ ਨੂੰ ਕਹਿੰਦੇ, ਲੱਕੜ ਦੀ ਹਥੌੜੀ, ਉਹਨੂੰ ਮਾਰਿਆ ਜਾਂਦਾ ਤੇ ਚਾਵਲ ਨਿਕਲਦੇ ਨੇ। ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਈ। ਜਿਹੜੇ ਕੁਸੰਗਤ ਕਰਦੇ ਨੇ, ਇਹ ਵੇਖ ਤੇਰੀ ਸੰਗਤ ਚੰਗੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਪਾਏ।
ਜਿਹੋ ਜਿਹੀ ਕਿਸੇ ਨੂੰ ਸੰਗਤ ਮਿਲਦੀ ਹੈ ਉਹ ਜਿਹਾ ਉਸ ਨੂੰ ਫਲ ਮਿਲ ਜਾਂਦਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਪਾਏ। ਫਿਰ ਬਚਨ ਹੈ ਮਹਾਰਾਜ ਦਾ, ਉੱਤਮ ਸੰਗਤ ਉੱਤਮ ਹੋਵੇ। ਚੰਗੀ ਸੰਗਤ ਮਨੁੱਖ ਨੂੰ ਚੰਗਾ ਬਣਾ ਦਿੰਦੀ। ਅਜਾਮਲ ਬੜਾ ਪ੍ਰਸਿੱਧ ਪਾਪੀ ਸੀ, ਬਹੁਤ ਪ੍ਰਸਿੱਧ ਪਾਪੀ ਸੀ। ਉਹਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਕਰਦੇ ਨੇ, ਅਜਾਮਲ ਪਾਪੀ ਜਗ ਜਾਣੇ ਤੇ ਨਿਮਖ ਮਾਹੇ ਨਿਸਤਾਰਾ। ਮਹਾਂਪੁਰਖਾਂ ਨੇ ਕਿਰਪਾ ਕਰਤੀ, ਸਤਸੰਗ ਵਿੱਚ ਬੈਠ ਕੇ ਉਸਨੇ ਲਾਹਾ ਕੱਟ ਲਿਆ, ਇੱਕ ਛਿਨ ਵਿੱਚ ਪਾਰ ਉਤਾਰਾ ਹੋ ਗਿਆ। ਅਜਾਮਲ ਪ੍ਰਸਿੱਧ ਪਾਪੀ ਸੀ, ਪਰ ਪ੍ਰਭੂ ਦੇ ਨਾਮ ਨੇ ਉਹਦੀ ਕਲਿਆਣ ਕਰ ਦਿੱਤੀ। ਮਹਾਂਪੁਰਖਾਂ ਦੀ ਸੰਗਤ ਤੋਂ ਉਸਨੇ ਲਾਹਾ ਖੱਟ ਲਿਆ। ਮਹਾਂਪੁਰਖਾਂ ਨੇ ਕਿਹਾ, ਅਜਾਮਲ ਜਿਹੜਾ ਬੇਟਾ ਤੇਰੇ ਘਰ ਹੁਣ ਜਨਮੇਗਾ ਨਾ, ਉਹਦਾ ਨਾਮ ਨਾਰਾਇਣ ਰੱਖ ਦੇ। ਨਾਰਾਇਣ। ਤੇ ਸਾਰੀ ਜ਼ਿੰਦਗੀ ਜਦੋਂ ਅਜਾਮਲ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਨਾਰਾਇਣ ਕਹਿ ਕੇ ਬੁਲਾਉਂਦਾ ਤੇ ਕਹਿੰਦਿਆਂ ਨਾਰਾਇਣ ਸ਼ਬਦ ਨਾਲ ਇੰਨੀ ਪ੍ਰੀਤ ਬਣ ਗਈ ਕਿ ਜਦੋਂ ਅੰਤ ਸਮਾਂ ਆਇਆ ਅਜਾਮਲ ਦਾ, ਨਾਰਾਇਣ ਨਾਰਾਇਣ ਕਹਿਣ ਲੱਗ ਪਏ। ਨਾਰਾਇਣ ਤੇ ਕੋਲ ਹੈ ਨਹੀਂ ਸੀ, ਤਾਂ ਫਿਰ ਆਪ ਪਰਮੇਸ਼ਰ ਪ੍ਰਗਟ ਹੋ ਗਏ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕੁਰ ਕੇ ਮਨ ਭਾਏ ਭਾਮਣੀ ਜਮ ਕੰਕਰ ਮਾਰ ਬਿਦਾਰੇ। ਇਹ ਬਚਨ ਧੰਨ ਗੁਰੂ ਰਾਮਦਾਸ ਕਹਿੰਦੇ, ਆਪ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋ ਗਏ। अजामल को अंत काल में नारायण सुधाई, जहाँ गत को जोगीश्वर बासत सो गत छिन में पाए। कल्याणु गणका पापना बड़े पाप कर्म करते, अचनचेत महापुरख आ गए। महापुरख अचानचक कणका वाड़े आए खलोता, ते दुरमत देख दियार होए हथों दिते उसनू तोता। निभ लगी उस तोते राम राम कहलाउंदियां गणका दी अपनी लिव लग गई। गणका उधरी हर कहे तोत, ये धन गुरु अर्जन देव महाराज का बचन है। तोते नू राम राम कहाउंदियां लिव लग गई, ते गई बकुंठ बिवान चढ़, नरकां विच न खाधे गोता। गई बकुंठ, बकुंठ धाम नूं चली गई, प्रभु दे देश विच जा बैठे। हर को नाम सदा सुखदाई, जाको सिमर अजामल उधरियो, गणका हूँ गत पाई। गणका की कल्याण हो, चंगी संगत कर, चंगी संगत का चंगा फल है। दो वेले अरदास करते हैं, महाराज कृपा करो ऐसे महापुरखों का संग बख्शो जिन्हां दे कोल मिल बैठन नाल तेरा नाम याद आ जाए। सही गुरमुख प्यारे मेल जिन्हां मिलिया तेरा नाम चित आवे। चंगी संगत का, चंगी संगत किहनां दी हुंदी है? जिन्हां दसंदड़ियां दुरमत वंझे, जिन्हां दा दर्शन करन नाल खोटी मत का नाश हो जाए, वो चंगी संगत है।
ਜਿਨ੍ਹਾਂ ਦਸੰਦੜਿਆਂ ਜਿਨ੍ਹਾਂ ਦਾ ਦਰਸ਼ਨ ਕਰਨ ਨਾਲ ਦੁਰਮਤ ਵੰਝੇ ਖੋਟੀ ਮਤ ਨਾਸ਼ ਹੋਵੇ। ਮਿੱਤਰ ਅਸਾਡੜੇ ਸਈ ਹੋਂ ਟੁੰਡੇਂਦੀ ਜਗ ਸਮਾਇਆ ਜਨ ਨਾਨਕ ਵਿਰਲੇ ਕੇ। ਕਦੇ ਮੈਂ ਸਾਰਾ ਸੰਸਾਰ ਖੋਜਿਆ ਪਰ ਵਿਰਲੇ ਨੇ ਉੱਤਮ ਬੰਦੇ। ਜਗ ਮੈਂ ਉੱਤਮ ਕਾਂਢੀਏ ਵਿਰਲੇ ਕੇ। ਚੰਗੀ ਸੰਗਤ ਕਰੇਗਾ ਪਾਰ ਉਤਾਰਾ ਹੋ ਜਾਏਗਾ, ਤੇ ਜੇ ਸੰਗਤ ਤੇਰੀ ਕੋਝੀ ਹੋਈ ਤੇ ਫਿਰ ਧਰਮਰਾਜ ਲੇਖਾ ਮੰਗੇਗਾ। ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮਰਾਜ। ਧਰਮਰਾਜ ਪੁੱਛੇਗਾ ਤੂੰ ਚੋਰਾਂ ਦੀ ਸੰਗਤ ਕਰਦਾ ਰਿਹਾ, ਠੱਗਾਂ ਦੀ ਸੰਗਤ ਕਰਦਾ ਰਿਹਾ। ਬੇਨਤੀ ਹੈ ਜਿਹੜਾ ਤੇ ਹੈ ਗੁਰੂ ਦਾ ਸੇਵਕ, ਗੁਰੂ ਦੀ ਆਗਿਆ ਮੰਨਦਾ, ਉਹ ਕਦੇ ਠੱਗੀ ਦੇ ਕੰਮ ਦੇ ਨੇੜੇ ਨਹੀਂ ਜਾਂਦਾ। ਇੱਕ ਬਚਨ ਹੈ ਧੰਨ ਗੁਰੂ ਰਾਮਦਾਸ ਜੀ ਦਾ, ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ। ਗੁਰਸਿੱਖ ਦਾ ਕੰਮ ਨਹੀਂ ਠੱਗੀਆਂ ਮਾਰਨ ਵਾਲਿਆਂ ਨਾਲ, ਚੋਰੀਆਂ ਕਰਨ ਵਾਲਿਆਂ ਨਾਲ ਸਾਂਝ ਰੱਖਣੀ। ਉਹ ਤਾਂ ਯਤਨ ਕਰਦਾ ਕਿ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੇ। ਦੋ ਸ਼ਲੋਕਾਂ ਵਿੱਚ ਆਏ ਵਿਚਾਰਾਂ ਦੀ ਵਿਆਖਿਆ ਆਪ ਜੀ ਨੇ ਸਰਵਣ ਕੀਤੀ। ਕਬੀਰ ਧਰਤੀ ਸਾਧ ਕੀ ਤਸਕਰ ਪੈਸੇ ਗਾਏ, ਧਰਤੀ ਭਾਰ न व्यापी उनको लाहू लावे। दूजा श्लोक है कबीर चावल कारने तुख को मोली लाए, संग कुसंगी बैसते तब पूछे धर्म राय। अच्छा विचार करते हो होइयों भुलों की क्षमा करो। वाहिगुरू जी का खालसा वाहिगुरू जी की फतेह। रामकली महला तीजा। आनंद एक ओंकार सतगुर प्रसाद। आनंद पया मेरी माए सतगुरु मैं पाया, सतगुरता पाया सहज सेती मन वजिया। राग रतन परवार परियां शब्द गावन आइयां। कहे नानक आनंद हुआ सतगुरु मैं पाया। हे मन मेरा सदा हरनार रहो तू मन, मेरे दुख सब विसारना। सबना गला समरथ